ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਗੱਲ ਕਰਾਂਗੇ ਕਿਸਾਨਾਂ ਦੀ, ਜਿਨ੍ਹਾਂ ਦੇ ਵੱਲੋਂ ਸਿੰਘੂ ਬਾਰਡਰ ਤੇ ਬੈਠਕ ਕਰਕੇ ਅੰਦੋਲਨ ਬਾਰੇ ਦੋ ਵੱਡੇ ਫੈਸਲੇ ਲੈ ਲਏ ਗਏ ਨੇ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਕਿਸਾਨਾਂ ਨੂੰ ਇੱਕ ਅਹਿਮ ਅਪੀਲ ਕਰ ਦਿੱਤੀ ਗਈ ਹੈ। ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਅਤੇ ਕਿਸਾਨਾਂ ਵਿਚਾਲੇ ਇੱਕ ਵਾਰ ਫਿਰ ਤੋਂ ਖੜਕਦੀ ਦਿਖਾਈ ਦਿੰਦੀ ਹੈ। ਮੋਦੀ ਸਰਕਾਰ ਦੇ ਵੱਲੋਂ ਇੱਕ ਹੋਰ ਤੋਹਫਾ ਦੇਸ਼ ਦੇ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ। ਸੀਐਮ ਚੰਨੀ ਦੇ ਨਵੇਂ ਐਲਾਨ ਦਾ ਵਿਰੋਧ ਹੋਣ ਲੱਗ ਪਿਆ ਹੈ। ਕੇਜਰੀਵਾਲ ਪੰਜਾਬ ਆਏ, ਚੰਨੀ ਸਰਕਾਰ ਨੂੰ ਭਾਜਣਾ ਪਾ ਦਿੱਤੀਆਂ ਕਿ ਛੇਤੀ ਹੀ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਗ੍ਰਿਫਤਾਰ ਹੋਣ ਜਾ ਰਹੇ ਨੇ। ਇਹ ਸਵਾਲ ਕਿਉਂ ਉੱਠਿਆ ਇਹ ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿਸਾਨੀ ਅੰਦੋਲਨ ਤੋਂ। ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਬਨਿਟ ਦੀ ਬੈਠਕ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮਤੇ ਨੂੰ ਵੀ ਪਾਸ ਕਰ ਦਿੱਤਾ ਗਿਆ ਹੈ। ਖਬਰਾਂ ਦੇ ਮੁਤਾਬਕ ਜਿਹੜਾ 29 ਨਵੰਬਰ ਨੂੰ ਸੰਸਦ ਦਾ ਸੈਸ਼ਨ ਸ਼ੁਰੂ ਹੋਣਾ ਹੈ, ਉਸ ਦੇ ਵਿੱਚ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਇਸ ਮਤੇ ਨੂੰ ਪਾਸ ਕਰਵਾਇਆ ਜਾਏਗਾ। ਇਸ ਬਿੱਲ ਨੂੰ ਪਾਸ ਕਰਵਾਇਆ ਜਾਏਗਾ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੋ ਖਬਰਾਂ ਹੋਰ ਵੀ ਸਾਹਮਣੇ ਆ ਰਹੀਆਂ ਨੇ, ਉਸ ਦੇ ਵਿੱਚ ਬੀਜੇਪੀ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਆਪੋ ਆਪਣੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਨੇ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਆਪਣੇ ਸੰਸਦ ਮੈਂਬਰਾਂ ਨੂੰ ਇੱਕ ਵਿਪ ਜਾਰੀ ਕਰ ਦਿੱਤਾ ਗਿਆ ਹੈ। ਵਿਪ ਜਾਰੀ ਹੁੰਦਾ ਹੈ, ਇੱਕ ਨੋਟਿਸ ਜਾਰੀ ਕੀਤਾ ਜਾਂਦਾ ਹੈ ਪੋਲੀਟੀਕਲ ਪਾਰਟੀ ਦੇ ਵੱਲੋਂ ਆਪਣੇ ਸਾਰੇ ਹੀ ਸੰਸਦ ਮੈਂਬਰਾਂ ਨੂੰ ਕਿ ਇਸ ਦਿਨ ਤੁਸੀਂ ਪਾਰਲੀਮੈਂਟ ਦੇ ਵਿੱਚ ਹਾਜ਼ਰ ਜ਼ਰੂਰ ਰਹਿਣਾ ਹੈ। ਜਿਹੜਾ ਸੰਸਦ ਮੈਂਬਰ ਫਿਰ ਉਸ ਵਿਪ ਦੀ, ਉਸ ਨੋਟਿਸ ਦੀ ਉਲੰਘਣਾ ਕਰਦਾ ਹੈ, ਉਸ ਦੇ ਉੱਪਰ ਪਾਰਟੀ ਕਾਰਵਾਈ ਕਰ ਸਕਦੀ ਹੁੰਦੀ ਹੈ। ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਛੇਤੀ ਤੋਂ ਛੇਤੀ, ਕੇਂਦਰ ਸਰਕਾਰ ਛੇਤੀ ਤੋਂ ਛੇਤੀ ਖੇਤੀ ਕਾਨੂੰਨਾਂ ਨੂੰ ਸੰਸਦ ਦੇ ਵਿੱਚ ਰੱਦ ਕਰਵਾਉਣਾ ਚਾਹੁੰਦੀ ਹੈ। ਇਸੇ ਕਰਕੇ ਹੀ ਉਸ ਦੇ ਵੱਲੋਂ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰ ਦਿੱਤਾ ਗਿਆ ਹੈ ਕਿ ਪਾਰਲੀਮੈਂਟ ਦੇ ਵਿੱਚੋਂ ਕਿਸੇ ਨੇ ਵੀ ਗੈਰ ਹਾਜ਼ਰ ਨਹੀਂ ਰਹਿਣਾ ਹੈ। ਹੁਣ ਖਬਰਾਂ ਆ ਰਹੀਆਂ ਨੇ ਕਿ ਕਾਂਗਰਸ ਪਾਰਟੀ ਨੇ ਵੀ ਆਪਣੇ ਸੰਸਦ ਮੈਂਬਰਾਂ ਨੂੰ ਵਿਪ ਜਾਰੀ ਕਰ ਦਿੱਤਾ ਹੈ। 3 ਲਾਈਨਾਂ ਦਾ ਇੱਕ ਵਿਪ ਕਾਂਗਰਸ ਪਾਰਟੀ ਦੇ ਵੱਲੋਂ ਵੀ ਜਾਰੀ ਕੀਤਾ ਗਿਆ ਹੈ ਅਤੇ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਤੁਸੀਂ ਵੀ ਸੰਸਦ ਦੇ ਵਿੱਚ ਸਾਰਿਆਂ ਨੇ ਹੀ ਹਾਜ਼ਰ ਰਹਿਣਾ ਹੈ। ਸੰਸਦ ਦੇ ਸੈਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਕੇਂਦਰ ਸਰਕਾਰ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਵੱਲੋਂ ਪੂਰੀਆਂ ਤਿਆਰੀਆਂ ਖਿੱਚ ਲਈਆਂ ਗਈਆਂ ਨੇ। ਪਰ ਇਸ ਸਭ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਕੁਝ ਅਹਿਮ ਫੈਸਲੇ ਲੈ ਲਏ ਗਏ ਨੇ। ਸਿੰਘੂ ਬਾਰਡਰ ਤੇ ਕਿਸਾਨਾਂ ਨੇ ਇੱਕ ਬੈਠਕ ਕੀਤੀ, ਜਿਸ ਤੋਂ ਬਾਅਦ ਅੰਦੋਲਨ ਬਾਰੇ ਦੋ ਵੱਡੇ ਫੈਸਲੇ ਇੱਥੇ ਕਿਸਾਨਾਂ ਦੇ ਵੱਲੋਂ ਲਏ ਗਏ। ਕਿਸਾਨ ਆਗੂ ਡਾਕਟਰ ਦਰਸ਼ਨਪਾਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ 29 ਨਵੰਬਰ ਜਿਸ ਦਿਨ ਕਿ ਸੰਸਦ ਦਾ ਸੈਸ਼ਨ ਸ਼ੁਰੂ ਹੋਣਾ ਹੈ, ਉਸ ਦਿਨ ਅਸੀਂ ਐਲਾਨ ਕੀਤਾ ਸੀ ਕਿ ਟਰੈਕਟਰ ਮਾਰਚ ਪਾਰਲੀਮੈਂਟ ਵੱਲ ਨੂੰ ਕੀਤਾ ਜਾਵੇਗਾ। ਟਰੈਕਟਰਾਂ ਦੇ ਉੱਪਰ ਬੈਠ ਕੇ ਰੋਜ਼ 500 ਕਿਸਾਨਾਂ ਦਾ ਜੱਥਾ ਸੰਸਦ ਵੱਲ ਨੂੰ ਜਾਇਆ ਕਰੇਗਾ। ਉਹ ਜੱਥਾ ਉੱਥੇ ਹੀ ਬੈਠੇਗਾ, ਅਗਲੇ ਦਿਨ ਅਗਲਾ ਜੱਥਾ ਚਲੇ ਜਾਵੇਗਾ। ਇਸ ਤਰ੍ਹਾਂ ਪਾਰਲੀਮੈਂਟ ਦੇ ਅੱਗੇ ਵੱਡਾ ਇਕੱਠ ਕਰਨ ਦਾ ਪਲਾਨ ਕਿਸਾਨਾਂ ਦੇ ਵੱਲੋਂ ਬਣਾਇਆ ਗਿਆ ਸੀ। ਹੁਣ ਕਿਸਾਨ ਆਗੂ ਕਹਿੰਦੇ ਨੇ ਕਿ ਜਦੋਂ ਕੇਂਦਰ ਸਰਕਾਰ ਨੇ ਕੈਬਨਿਟ ਦੇ ਵਿੱਚ ਪਾਸ ਕਰ ਦਿੱਤਾ ਹੈ ਕਿ ਅਸੀਂ ਸੰਸਦ ਦੇ ਵਿੱਚ ਮਤਾ ਲਿਆਉਣ ਜਾ ਰਹੇ ਹਾਂ, ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਕਿ ਸੰਸਦ ਦੇ ਵਿੱਚ ਸਰਕਾਰ ਦੇ ਵੱਲੋਂ ਕਿਹੜੇ-ਕਿਹੜੇ ਬਿੱਲ ਪੇਸ਼ ਕੀਤੇ ਜਾਣਗੇ। ਉਸ ਲਿਸਟ ਦੇ ਵਿੱਚ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਵੀ ਹੈ, ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। 29 ਨਵੰਬਰ ਵਾਲਾ ਸੰਸਦ ਕੂਚ ਦਾ ਪ੍ਰੋਗਰਾਮ, ਟਰੈਕਟਰ ਮਾਰਚ ਦਾ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਮੁਲਤਵੀ ਕਰ ਦਿੱਤਾ ਗਿਆ ਹੈ। ਮੁਲਤਵੀ ਕੀਤਾ ਗਿਆ ਹੈ, ਰੱਦ ਨਹੀਂ ਕੀਤਾ ਗਿਆ। ਮੁਲਤਵੀ ਦਾ ਮਤਲਬ ਹੁੰਦਾ ਹੈ ਕਿ ਅੱਗੇ ਪਾ ਦਿੱਤਾ ਗਿਆ, ਰੱਦ ਦਾ ਮਤਲਬ ਹੁੰਦਾ ਹੈ ਕੈਂਸਲ ਕਰ ਦਿੱਤਾ ਗਿਆ। ਹੁਣ ਕਦੇ ਵੀ ਉਹ ਪ੍ਰੋਗਰਾਮ ਨਹੀਂ ਹੋਵੇਗਾ। ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਪਾਉਂਦੇ ਹਾਂ, ਕਿਉਂਕਿ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਸੰਸਦ ਦੇ ਵਿੱਚ ਇਹ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਂਦੇ ਨੇ ਤਾਂ ਇਸ ਤੋਂ ਬਾਅਦ ਸਾਨੂੰ ਇਹ ਟਰੈਕਟਰ ਮਾਰਚ ਕਰਨ ਦੀ ਲੋੜ ਨਹੀਂ ਪਵੇਗੀ। ਅਤੇ ਜੇਕਰ ਅਜਿਹਾ ਨਹੀਂ ਹੁੰਦਾ, ਕੇਂਦਰ ਸਰਕਾਰ ਆਪਣੇ ਬੋਲ ਨਹੀਂ ਪਗਾਉਂਦੀ ਹੈ, ਤਾਂ ਉਸ ਤੋਂ ਬਾਅਦ ਇਹ ਟਰੈਕਟਰ ਮਾਰਚ ਸੰਸਦ ਨੂੰ ਕਰ ਦਿੱਤਾ ਜਾਵੇਗਾ। ਇੱਕ ਤਾਂ ਇਹ ਫੈਸਲਾ ਲਿਆ, ਟਰੈਕਟਰ ਮਾਰਚ ਨੂੰ ਅੱਗੇ ਪਾਇਆ ਗਿਆ, ਮੁਲਤਵੀ ਕੀਤਾ ਗਿਆ। ਅਤੇ ਦੂਜਾ ਫੈਸਲਾ ਲਿਆ ਗਿਆ ਕਿ ਅਗਲੀ ਰਣਨੀਤੀ ਉਲੀਕਣ ਦੇ ਲਈ ਅਗਲੀ ਬੈਠਕ ਸੰਯੁਕਤ ਕਿਸਾਨ ਮੋਰਚੇ ਦੀ 4 ਦਸੰਬਰ ਨੂੰ ਸਿੰਘੂ ਬਾਰਡਰ ਤੇ ਹੋਵੇਗੀ, ਕਿਉਂਕਿ 29 ਨਵੰਬਰ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ। ਉਸ ਤੋਂ ਬਾਅਦ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਬਿੱਲ ਪੇਸ਼ ਕੀਤਾ ਜਾਣਾ ਹੈ ਅਤੇ 4 ਦਸੰਬਰ ਨੂੰ ਕਿਸਾਨ ਕਹਿੰਦੇ ਨੇ ਕਿ ਜੋ ਕੁਝ ਉਦੋਂ ਤੱਕ ਹੋਵੇਗਾ, ਜੋ ਵੀ ਉਸ ਵੇਲੇ ਹਾਲਾਤ ਹੋਣਗੇ, ਉਸ ਦੇ ਅਨੁਸਾਰ ਆਪਸ ਵਿੱਚ
मीटिंग करके फिर सोचांगे कि अगे दी रणनीति की बनाउणी है। जेकर केंद्र सरकार दे वल्लों किसानां दीयां सारीआं मंगां मन लईआं जांदियां ने तां फिर असीं अंदोलन खत्म करन बारे भी सोच सकदे हां अते जेकर साडीआं मंगां ना मन्नियां गईआं तां फिर 4 दसंबर दी बैठक दे विच कोई तगड़ा फैसला किसानां दे वल्लों लिया जा सकदा है, क्योंकि एक चिट्ठी भी किसानां दे वल्लों केंद्र सरकार नूं भेजी गई है जिस दे विच खेती कानून रद्द करन तो इलावा जिहड़ियां बाकी मंगां सन उन्हां बारे भी जानकारी केंद्र सरकार नूं दित्ती गई है। इत्थे किसान आगूआं ने जानकारी दित्ती है कि जिहड़ी चिट्ठी है असीं जनतक तौर ते भेजी है अते साडी जानकारी है कि प्रधान मंत्री नरेंद्र मोदी तक साडी चिट्ठी पहुंच गई है अते केंद्र सरकार दे वल्लों जेकर 4 दसंबर तक साडीआं मंगां मन लईआं जाणगीआं तां उस बैठक दे विच अंदोलन नूं खत्म करन दा भी फैसला लिया जा सकदा है, नहीं तां फिर अगली रणनीति असीं उलीक दिआंगे, अगले प्रोग्राम दे दिआंगे। एमएसपी नूं लैके बहुत ज्यादा जोर किसानां दे वल्लों केंद्र सरकार ते दित्ता जा रहा है, दबाव बनाया जा रहा है। कहिंदे ने खेती कानून तुसीं रद्द करन दा ऐलान कर दित्ता है, ठीक है, पर घट्टो घट्ट समर्थन मुल दा जिहड़ा कानून है वो भी तुहानूं बना देना चाहिदा है। उस बारे भी संसद दे विच सानूं भरोसा दिओ कि असीं कानून बनाउण लई एक कमेटी दा गठन करदे हां। किसान कहिंदे ने कि सानूं इह कमेटी नहीं चाहीदी कि कानून बनाउणा है जां फिर नहीं, सानूं वो कमेटी चाहिदी है जिहड़ी इह तय करेगी कि कानून बनाउणा किवें है। कानून बनाउण वास्ते कमेटी बना दिओ, सानूं मंजूर है, पर इस वास्ते कमेटी बनाउणा कि कानून बनाउणा है जां फिर नहीं इह सोचेगी कमेटी तां सानूं वो मंजूर नहीं है। इस तरह बैठक दे विच किसानां दे वल्लों इह वड्डे फैसले ले लए गए ने अते अपना जो रवैया है, अपना पक्ष एक बार फिर तो मोदी सरकार दे अगे किसानां दे वल्लों रख दित्ता गया है। अगे वधदे आ, हुण गल करदे आ देश दे खेतीबाड़ी मंत्री नरेंद्र तोमर दी, जिन्हां दे वल्लों जदों तो अंदोलन शुरू होया सी इक्को ही लाइन बोली जांदी सी कि खेती कानून रद्द नहीं होणगे। केंद्र सरकार तुहाडे नाल गलबात करन लई तैयार है। जेकर गलबात करना चाहुंदे हो केंद्र सरकार दे दरवाजे तुहाडे लई हमेशा खुले ने। सिर्फ रटिया रटाया जवाब ही खेती मंत्री दे वल्लों दित्ता जांदा सी, पर इस वार उन्हां दे कुछ बोल बदले ने, उन्हां ने शब्द बदले ने। उन्हां ने दस्सिआ कि किसानां दीआं मंगां किवें उन्हां दी सरकार ने मन लईआं ने। ਕਹਿੰਦੇ ਨੇ सब तो पहली मंग खेती कानूनां नूं रद्द करन दी प्रधान मंत्री ने 19 नवंबर नूं खुद ऐलान कर दिता है कि असीं खेती कानून रद्द करन दा फैसला ले लिया है। दूजी मंग है इन्हां दी एमएसपी ते कानून बनाउण नूं लैके, उस बारे भी प्रधानमंत्री ने कह दिता है कि एक कमेटी बनाई जाएगी जिस दे विच कुछ सरकार दे नुमाइंदे होणगे, कुछ खेतीबाड़ी माहिर होणगे अते कुछ अंदोलनकारी किसानां दे प्रतिनिधि भी उस कमेटी दे विच शामिल कीते जाणगे तां जो सारे इकट्ठे बैठ के एमएसपी नूं किवें प्रभावी बनाउणा है, होर प्रभावशाली बनाउणा है, उस बारे कोई ना कोई फैसला लिया जा सके। उस बारे भी कमेटी बनाउण दा ऐलान कर दिता है, वो भी मंग मान लई है। ਕਹਿੰਦੇ ਨੇ ਕਿਸਾਨਾਂ ਨੇ ਕਿਹਾ ਪਰਾਲੀ ਨੂੰ ਸਾੜਨਾ ਅਪਰਾਧ ਨਾ ਹੋਵੇ। ਸਾਡੀ ਸਰਕਾਰ ਨੇ ਉਹ ਵੀ ਮੰਗ ਮੰਨ ਲਈ ਹੈ, ਪਰਾਲੀ ਨੂੰ ਸਾੜਨਾ ਹੁਣ ਅਪਰਾਧ ਨਹੀਂ ਹੋਵੇਗਾ। ਜੇਕਰ ਕਿਸਾਨ ਪਰਾਲੀ ਸਾੜਦੇ ਨੇ ਤਾਂ ਕੇਂਦਰ ਸਰਕਾਰ ਦੇ ਕਾਨੂੰਨ ਦੇ ਮੁਤਾਬਿਕ ਉਸ ਨੂੰ ਅਪਰਾਧ ਨਹੀਂ ਮੰਨਿਆ ਜਾਵੇਗਾ। ਅਸੀਂ ਇਹ ਮੰਗ ਵੀ ਮੰਨ ਲਈ ਹੈ। ਜਿਹੜੇ ਕੇਸ ਰਜਿਸਟਰਡ ਕੀਤੇ ਗਏ ਨੇ ਕਿਸਾਨਾਂ ਤੇ ਪੂਰੇ ਭਾਰਤ ਦੇ ਵਿੱਚ, ਉਸ ਬਾਰੇ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਕਿਸਾਨਾਂ ਤੇ ਕੇਸ ਦਰਜ ਹੋਏ ਨੇ ਕਿਸਾਨੀ ਅੰਦੋਲਨ ਦੇ ਦੌਰਾਨ, ਉਹ ਰਾਜ ਸਰਕਾਰਾਂ ਦਾ अधिकार खेत्र है। वो सूबा सरकारां देखणगीआं कि किस दे उपर केस जिहड़ा दर्ज किया गया है उस नूं रद्द करना है जां फिर नहीं करना। उस दे विच केंद्र सरकार दा कोई भी रोल नहीं है। वो अधिकार खेत्र सूबा सरकारां दा है। जिहड़ा मुआवजा देना है किसानां नूं वो भी सिद्धे तौर ते सूबा सरकारां दे अधिकार खेत्र दे विच आउंदा है। इस तरह नरेंद्र तोमर दा कहना यह है कि सारियां मंगां जिहड़ियां भी किसानां दे वल्लों रखीआं गईआं सन केंद्र सरकार ने मन लईआं ने। हुण उन्हां ने एक अपील कीती है, अहम अपील किया जा सकता है। कहिंदे ने हुण जदों असीं तुहाडीआं सारियां मंगां मन लईआं ने तां हुण तुहानूं भी साडी एक गल मन लैणी चाहीदी है। मोदी ने वड्डा दिल दिखाया है, किसानां नूं भी वड्डा दिल दिखाउणा चाहीदा है। जिहड़े बोल मूहों कड्ढे ने प्रधानमंत्री ने उन्हां दा आदर करना चाहीदा है, सत्कार करना चाहीदा है, अंदोलन खत्म कर देना चाहिए है। जदों हुण प्रधानमंत्री ने ही कह दिता है कि कानून रद्द कर देंगे, कैबिनेट दे विच भी पास हो गया है, एमएसपी बारे भी गल हो गई है, बाकी मंगां भी मैं खुद कह रहा कि मन लईआं ने, तां फिर तुहानूं हुण अंदोलन खत्म कर देना चाहिए है। आपो अपने घरां नूं चले जाना चाहिए है। असीं कानून तुहाडे भले लई बनाए सन, नहीं समझा सके, कोई गल नहीं, बड़े दुख की गल है, पर हुण तुहाडीआं मंगां मन लईआं ने, अंदोलन खत्म करो अते घरां नूं चले जाओ। यह अहम अपील देश के खेती मंत्री दे वल्लों देश के किसानां नूं कर दित्ती गई है। अगे वधदे हां, गल हरियाणा के मुख्य मंत्री मनोहर लाल खट्टर दी कर लैंदे हां। जदों तो अंदोलन शुरू होया
ਖੱਟੜ ਬਨਾਮ ਕਿਸਾਨ ਬਹੁਤ ਵਾਰੀ ਹੋਇਆ ਅਤੇ ਹੁਣ ਕਿਸਾਨ ਐਮਐਸਪੀ ਤੇ ਕਾਨੂੰਨ ਨੂੰ ਲੈ ਕੇ ਅੜਦੇ ਦਿਖਾਈ ਦਿੰਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਗਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵੱਲੋਂ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਮੀਡੀਆ ਸਾਹਮਣੇ ਆ ਕੇ ਇੱਕ ਐਲਾਨ ਕੀਤਾ ਕਿ ਘੱਟੋ ਘੱਟ ਸਮਰਥਨ ਮੁੱਲ ਨੂੰ ਲੈ ਕੇ ਕਾਨੂੰਨ ਬਣਾਉਣਾ ਅਸੰਭਵ ਹੈ, ਇੰਪੋਸੀਬਲ ਹੈ, ਸੰਭਵ ਨਹੀਂ ਹੈ। ਇਸ ਨਾਲ ਭਾਰਤ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਬੋਝ ਪੈ ਜਾਵੇਗਾ ਅਤੇ ਇਹ ਸੰਭਵ ਨਹੀਂ ਹੈ। ਇਹ ਸਿਰਫ ਅਸੀਂ ਨਹੀਂ ਕਹਿੰਦੇ, ਇਹ ਆਰਥਿਕ ਮਾਹਿਰ ਅਤੇ ਖੇਤੀਬਾੜੀ ਮਾਹਿਰ ਵੀ ਕਹਿੰਦੇ ਨੇ ਕਿ ਐਮਐਸਪੀ ਨੂੰ ਲੈ ਕੇ ਕਾਨੂੰਨੀ ਗਰੰਟੀ ਨਹੀਂ ਦਿੱਤੀ ਜਾ ਸਕਦੀ। ਉਹ ਕਹਿੰਦੇ ਨੇ ਸੂਬਾ ਸਰਕਾਰਾਂ ਦਿੰਦੀਆਂ ਨੇ, ਅਸੀਂ ਆਪ ਦਿੰਨੇ ਆ ਹਰਿਆਣੇ ਦੇ ਵਿੱਚ, ਪਰ ਜੇਕਰ ਇਹ ਕਹਿਣਾ ਕਿ ਪੂਰੇ ਭਾਰਤ ਦੇ ਵਿੱਚ ਇੱਕ ਕਾਨੂੰਨ ਹੀ ਬਣਾ ਦਿਓ ਕਿ ਐਮਐਸਪੀ ਦੇਣੀ ਦੇਣੀ ਹੈ ਤਾਂ ਉਹ ਫਿਰ ਪੋਸੀਬਲ ਸੰਭਵ ਨਹੀਂ ਹੋ ਸਕੇਗਾ। इस बारे किसानों तो पूछा गया। किसान आगू बूटा सिंह शादीपुर तो पूछा गया कि खट्टर तो कहते हैं कि पॉसिबल ही नहीं है, संभव ही नहीं है, असंभव है। तो बूटा सिंह शादीपुर हस के कहते हैं कि वही खट्टर है जिहड़ा कहंदा सी कि कानून रद्द होना भी असंभव है, संभव नहीं है, कानून रद्द नहीं हो सकते। उन्हां दे विच सोधां जिन्नियां मर्जी करवा लवो हुण रद्द हो रहे ने ना, फिर की हो गया जेकर खट्टर कह रहा है कि एमएसपी ते कानून बनाना संभव नहीं है। सारा कुछ संभव हो सकता है जेकर केंद्र सरकार मंगा मननियां चाहे तां मन सकदी है। हुण कानून रद्द करन नूं भी तां मान ही गए ने। मनोहर लाल खट्टर जो कहंदा है उस नूं कहण दिओ। इह तां पहिलां भी बहुत बार कह चुका है कि खेती कानून रद्द करना संभव नहीं है, वो भी रद्द जेकर हो रहे ने तां एमएसपी नूं लैके भी कानून बन सकदा है। इसदा जवाब केंद्र सरकार दे वल्लों दिता जावेगा। इस तरह ठोकवां जवाब मनोहर लाल खट्टर नूं किसानां दे वल्लों दे दिता गया है। अगली खबर दे वल वधदे हां। अगली खबर भी मोदी सरकार दे नाल ही जुड़ी हुई है। मोदी सरकार दे वल्लों लगातार भारत के लोगों को चंगियां खबरां सुनाईयां जा रही ने। पहला श्री करतारपुर साहिब का लांघा खोलण का ऐलान किया, उस तो बाद खेती कानूनां नूं रद्द करन दा ऐलान किया अते हुण पेट्रोल अते डीजल दीयां कीमतां होर भी केंद्र सरकार दे वल्लों घटाईयां जा सकदियां ने। कुछ मीडिया अदारियां दे वल्लों खबरां चलाईयां जा रही ने कि अंतरराष्ट्रीय बाजार दे विच कच्चे तेल दीयां कीमतां दे विच लगभग 20% दी गिरावट आई है। जिहड़ा तेल कच्चा तेल पहला $85 प्रति बैरल मिल रहा सी, उसकी कीमत हुण डिग के $68 प्रति बैरल हो गई है। जिस तो बाद मोदी सरकार ये राहत जो रेट घटे ने अंतरराष्ट्रीय बाजार दे विच उसकी राहत आम लोगों को भी दे सकती है। इस तो पहला ही भारत सरकार दे वल्लों अते भारत समेत कुछ होर देशों के वल्लों भी यह फैसला ले लिया गया सी कि तेल दीयां कीमतां बहुत ज्यादा वधदियां जांदियां ने। जिहड़ा राखवां तेल दा भंडार रखिया हुंदा है उसदे विचों अपना कुछ भंडार वरत लैने आ, उसदे नाल कीमतां दे विच स्थिरता आवेगी, कीमतां कुछ घट सकदियां ने। वो फैसला भी लिया गया सी कि जिहड़ा राखवां तेल रखिया गया रिजर्व उस नूं भी वरतांगे अते हुण अंतरराष्ट्रीय बाजार दे विच भी कच्चे तेल दीयां कीमतां घटियां। उस तो बाद हुण केंद्र सरकार दे वल्लों भारत दे लोकां नूं पेट्रोल अते डीजल दीयां कीमतां दे विच राहत दित्ती जा सकदी है। पहिलां भी केंद्र सरकार दे वल्लों 5 रुपए पेट्रोल ते घटाए गए सन, 10 रुपए डीजल ते घटाए गए सन अते हुण भी मोदी सरकार दे वल्लों कोई अजिहा ही वड्डा फैसला लिया जा सकता है जिस दे नाल लोकां नूं महंगाई दे इस दौर दे विच सुख दा साह आ सकदा है। अगली खबर दे वल वधदे हां। मोदी सरकार तो बाद गल हुण पंजाब सरकार दी कर लैंदे हां। भावें कि पंजाब के मुख मंत्री चरणजीत सिंह चन्नी दे वल्लों नित नवें दिन अजिहे ऐलान किए जा रहे हैं जिन्हां दे नाल पंजाब के लोगों को खुश करने की कोशिश की जा रही है। इस दे बावजूद अज बरनाला के महल कलां विच पहुंच के चरणजीत सिंह चन्नी दे वल्लों एक अजिहा ऐलान कर दिता गया जिस नूं लैके कोई भी खुश नहीं होवेगा अते विरोधी पार्टियां दे वल्लों चन्नी दे इस फैसले का विरोध भी किया जाण लग पिया है। दरअसल बरनाला के दौरे ते सन मुख्यमंत्री चरणजीत सिंह चन्नी महल कलां पहुंचे, रैली करन लगे सन, भाषण देन लगे तां बेरोजगार अध्यापकों के वल्लों पंडाल दे विचों उठ के सरकार के खिलाफ नारेबाजी करनी शुरू कर दी गई अते रोजगार देण दे नारे बेरोजगार अध्यापकों के वल्लों लाए जाण लगे। उस वेले ही पुलिस के वल्लों उन्हां धरनाकारियों नूं जिहड़े कि धरना दे रहे सन, नारेबाजी कर रहे सन, उन्हां नूं दबोच लिया गया। उन्हां दे मूंह ते हथ रख के उन्हां नूं घड़ीस के पंडाल तो बाहर लिजाया गया। इत्थे प्रदर्शनकारियों दीयां खिच धू दे विच पग्गां भी लथ गईयां, पर इस दे बावजूद चन्नी दे वल्लों एक अजिहा ऐलान कर दिता गया जिस तो बाद चारे पासियों हुण सवाल उठदे दिखाई दिंदे ने। उन्हां ने स्टेज तो माइक दे विच ऐलान कर दिता कि जेड़ा भी इस तरह विरोध करेगा सरकार के प्रोग्रामां दे विच खलल पावेगा जां फिर टैंकियां ते चढ़ेगा विरोध प्रदर्शन करन दे लई उन्हां दा मसला हल नहीं होवेगा, उन्हां ते परचे दर्ज कीते जाणगे।
ਸਟੇਜ ਤੋਂ ਐਲਾਨ ਕਰ ਦਿੱਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿ ਜਿਹੜਾ ਅੱਜ ਤੋਂ ਬਾਅਦ ਇਸ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰੇਗਾ ਉਸ ਤੇ ਪਰਚੇ ਦਰਜ ਕੀਤੇ ਜਾਣਗੇ। ਜਿਉਂ ਹੀ ਚੰਨੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ, ਸੋਸ਼ਲ ਮੀਡੀਆ ਤੇ ਉਹਨਾਂ ਦੀ ਇਹ ਵੀਡੀਓ ਵਾਇਰਲ ਹੋ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਚਰਨਜੀਤ ਸਿੰਘ ਚੰਨੀ ਦੀ ਇਹ ਵੀਡੀਓ ਆਪਣੇ ਆਫੀਸ਼ੀਅਲ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਗਈ ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਚਰਨਜੀਤ ਸਿੰਘ ਚੰਨੀ ਜੀ, ਚੰਨੀ ਸਾਹਿਬ, ਇਹਨਾਂ ਅਧਿਆਪਕਾਂ ਨੂੰ ਤੁਹਾਡੀ ਹਮਦਰਦੀ ਦੀ ਜ਼ਰੂਰਤ ਹੈ, ਕਿਰਪਾ ਕਰਕੇ ਇਹਨਾਂ ਉੱਤੇ ਪਰਚੇ ਦਰਜ ਨਾ ਕਰੋ। ਪੂਰੇ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਦੇ ਵੱਲੋਂ ਕਾਂਗਰਸੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨ ਵੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜਾ ਵੜਿੰਗ ਦੇ ਨਾਲ ਤੂੰ ਮੈਂ ਬੇਰੁਜ਼ਗਾਰਾਂ ਦੀ ਹੋ ਗਈ ਸੀ, ਕੱਚੇ ਮੁਲਾਜ਼ਮਾਂ ਦੀ ਹੋ ਗਈ ਸੀ ਅਤੇ ਹੁਣ ਬੇਰੁਜ਼ਗਾਰਾਂ ਦੇ ਵੱਲੋਂ ਮੁੱਖ ਮੰਤਰੀ ਦਾ ਵੀ ਵਿਰੋਧ ਕੀਤਾ ਜਾਣ ਲੱਗ ਪਿਆ ਹੈ। ਇੱਕ ਪਾਸੇ ਚਰਨਜੀਤ ਸਿੰਘ ਚੰਨੀ ਦਾਅਵਾ ਕਰ ਰਹੇ ਨੇ ਕਿ ਅਸੀਂ 36,000 ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਨੇ, 20 ਲੱਖ ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਨੇ। ਉਧਰ ਦੂਜੇ ਪਾਸੇ ਹੁਣ ਮੁੱਖ ਮੰਤਰੀ ਦਾ ਵੀ ਵਿਰੋਧ ਹੋਣ ਲੱਗ ਪਿਆ ਹੈ। ਜੇਕਰ ਗੱਲ ਕਰੀਏ ਮੁਲਾਜ਼ਮਾਂ ਦੀ ਤਾਂ ਇੱਕ ਹੋਰ ਵੀ ਖਬਰ ਸਾਹਮਣੇ ਆ ਗਈ। ਚੰਡੀਗੜ੍ਹ ਦੇ ਵਿੱਚ ਐਮਐਲਏ ਹੋਸਟਲ ਹੈ ਜਿੱਥੇ ਕਿ ਐਮਐਲਏਜ਼ ਨੂੰ, ਵਿਧਾਇਕਾਂ ਨੂੰ ਕਮਰੇ ਮਿਲੇ ਹੋਏ ਨੇ, ਫਲੈਟ ਮਿਲੇ ਹੋਏ ਨੇ। ਐਮਐਲਏ ਹੋਸਟਲ ਦੇ ਸਾਹਮਣੇ ਲੱਗੇ ਟਾਵਰ ਦੇ ਉੱਪਰ ਇੱਕ ਅਧਿਆਪਕ ਚੜ ਗਿਆ ਜਿਸ ਦੇ ਵੱਲੋਂ ਆਪਣੀਆਂ ਮੰਗਾਂ ਲਗਾਤਾਰ ਸਿੱਖਿਆ ਮੰਤਰੀ ਦੇ ਅੱਗੇ ਰੱਖੀਆਂ ਜਾ ਰਹੀਆਂ ਸਨ, ਪਰ ਉਸ ਦੀ ਸੁਣਵਾਈ ਨਾ ਹੋਈ। ਪੈਟਰੋਲ ਦੀ ਬੋਤਲ ਲੈ ਕੇ ਉਹ ਅਧਿਆਪਕ ਟਾਵਰ ਤੇ ਚੜ ਗਿਆ ਅਤੇ ਉਸ ਦੇ ਸਾਹਮਣੇ ਹੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦਾ ਫਲੈਟ ਸੀ। ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਸਾਹਮਣੇ ਆਏ, ਉਹਨਾਂ ਨੇ ਪੁੱਛਿਆ ਕਿ ਗੱਲ ਕੀ ਹੋਈ ਹੈ। ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਅਧਿਆਪਕ ਹੈ ਜਿਹੜਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜ ਗਿਆ। ਉਸੇ ਵੇਲੇ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਫੋਨ ਲਾਇਆ ਗਿਆ ਅਤੇ ਕਿਹਾ ਗਿਆ ਕਿ ਇੱਕ ਅਧਿਆਪਕ ਟਾਵਰ ਤੇ ਚੜਿਆ ਹੈ, ਜੋ ਵੀ ਇਸ ਦੀਆਂ ਮੰਗਾਂ ਨੇ ਉਹ ਮੰਨ ਲਓ, ਜਾਇਜ਼ ਮੰਗਾਂ ਮੰਨ ਲਓ ਅਤੇ ਉਸ ਨੂੰ ਉਤਾਰ ਲਓ, ਕਿਤੇ ਇਦਾਂ ਨਾ ਹੋਵੇ ਕਿ ਆਪਣੇ ਆਪ ਨੂੰ ਅੱਗ ਲਾ ਲਵੇ, ਨੁਕਸਾਨ ਹੋ ਸਕਦਾ ਹੈ। ਮਜੀਠੀਆ ਦੇ ਵੱਲੋਂ ਵੀ ਪ੍ਰਗਟ ਸਿੰਘ ਦੇ ਨਾਲ ਇੱਥੇ ਗੱਲਬਾਤ ਫੋਨ ਤੇ ਕੀਤੀ ਗਈ। ਅਜਿਹੇ ਹਾਲਾਤ ਪੰਜਾਬ ਦੇ ਬਣ ਗਏ ਨੇ ਕਿ ਕਾਂਗਰਸ ਪਾਰਟੀ ਜਿਹੜੀ ਕਿ ਸੱਤਾ ਤੇ ਰਹਿ, ਉਹਦਾ ਵਿਚਰਨਾ ਹੁਣ ਹਰ ਜਗ੍ਹਾ ਤੇ ਮੁਸ਼ਕਲ ਹੁੰਦਾ ਦਿਖਾਈ ਦਿੰਦਾ। ਇੱਥੋਂ ਤੱਕ ਕਿ ਮੁੱਖ ਮੰਤਰੀ ਦਾ ਵੀ ਵਿਰੋਧ ਹੋਣ ਲੱਗ ਪਿਆ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਅਗਲੀ ਖਬਰ ਵੀ ਧਰਨਾਕਾਰੀਆਂ ਦੇ ਨਾਲ, ਅਧਿਆਪਕਾਂ ਦੇ ਨਾਲ ਜੁੜੀ ਹੋਈ ਹੈ। ਮੁਹਾਲੀ ਦੇ ਵਿੱਚ ਵੀ ਕਾਫੀ ਦੇਰ ਤੋਂ ਅਧਿਆਪਕ ਧਰਨੇ ਤੇ ਬੈਠੇ ਹੋਏ ਨੇ, ਪਰ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਦਿਨ ਪੰਜਾਬ ਦੇ ਦੌਰੇ ਤੇ ਆਏ, ਸਿੱਧਾ ਅਧਿਆਪਕਾਂ ਦੇ ਧਰਨੇ ਵਿੱਚ ਪਹੁੰਚ ਗਏ। ਉੱਥੇ ਪਹਿਲਾਂ ਬੈਠੇ, ਬਾਅਦ ਦੇ ਵਿੱਚ ਧਰਨੇ ਨੂੰ ਸੰਬੋਧਿਤ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕੀਤਾ ਗਿਆ। ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਤੇ ਸਵਾਲ ਚੁੱਕੇ। ਉਹ ਕਹਿੰਦੇ ਨੇ, ਪ੍ਰਗਟ ਸਿੰਘ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਚੱਲ ਰਹੀ ਹੈ। ਇਹ ਕਿਹੜੀ ਕ੍ਰਾਂਤੀ ਹੈ? ਅਧਿਆਪਕ ਤਾਂ ਸੜਕਾਂ ਤੇ ਬੈਠੇ ਨੇ, ਫਿਰ ਸਕੂਲਾਂ ਦੇ ਵਿੱਚ ਕੌਣ ਹੈ? ਕਿਉਂ ਨਹੀਂ ਇਹਨਾਂ ਦੀ ਮੰਗਾਂ ਮੰਨੀਆਂ ਜਾਂਦੀਆਂ? ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਸਾਡੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ, ਸਾਰੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ, ਜਿਹੜੇ ਕੱਚੇ ਨੇ, ਠੇਕੇ ਤੇ ਨੇ ਅਤੇ ਜਿਹੜੇ ਧਰਨੇ ਤੇ ਬੈਠੇ ਨੇ, ਉਹਨਾਂ ਸਾਰਿਆਂ ਦੀਆਂ ਹੀ ਮੰਗਾਂ ਮੰਨੀਆਂ ਜਾਣਗੀਆਂ। ਇਸ ਧਰਨੇ ਦੇ ਵਿੱਚ ਵੀ ਕੇਜਰੀਵਾਲ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਦੇ ਕੋਲ ਪਾਣੀ ਦੀ ਟੈਂਕੀ ਉੱਪਰ ਬੈਠੇ ਅਧਿਆਪਕਾਂ ਦੇ ਕੋਲ ਪਹੁੰਚ ਗਏ। ਅਰਵਿੰਦ ਕੇਜਰੀਵਾਲ ਨੇ ਮਾਈਕ ਦੇ ਰਾਹੀਂ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਅਪੀਲ ਕੀਤੀ, ਥੱਲੇ ਆ ਜਾਓ, ਨੁਕਸਾਨ ਹੋ ਸਕਦਾ ਹੈ, ਇਹ ਚੰਗੀ ਗੱਲ ਨਹੀਂ, ਥੱਲੇ ਆ ਜਾਓ। ਅਧਿਆਪਕਾਂ ਨੇ ਕਿਹਾ ਜਿੰਨੀ ਦੇਰ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਥੱਲੇ ਨਹੀਂ ਆ ਸਕਦੇ। ਉਸ ਤੋਂ ਬਾਅਦ ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ਜੇਕਰ ਸਾਡੀ ਸਰਕਾਰ ਪੰਜਾਬ ਦੇ ਵਿੱਚ ਆਈ, ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ। ਸਿੱਖਿਆ ਮੰਤਰੀ ਪ੍ਰਗਟ ਸਿੰਘ ਨੂੰ ਅਪੀਲ ਕੀਤੀ ਇੱਕ ਵਾਰ ਫਿਰ ਤੋਂ ਕੇਜਰੀਵਾਲ ਨੇ ਕਿ ਇਹਨਾਂ ਦੀਆਂ ਮੰਗਾਂ ਮੰਨ ਲਓ। ਕਿਉਂ ਟੈਂਕੀਆਂ ਤੇ ਚੜਾਇਆ ਪਿਆ ਹੈ ਸਾਰਾ ਪੰਜਾਬ? ਇਦਾਂ ਨਾ ਕਰੋ, ਇਹ ਕਿਹੋ ਜਿਹੀ ਕ੍ਰਾਂਤੀ ਹੈ? ਇਸ ਤਰ੍ਹਾਂ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਸਰਕਾਰ ਤੇ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਕੇਜਰੀਵਾਲ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਮੁਹਾਲੀ ਦੇ ਲੋਕਾਂ ਨਾਲ ਖੁੱਲੀ ਗੱਲਬਾਤ ਕੀਤੀ ਗਈ, ਜਿਸ ਦੇ ਵਿੱਚ ਇੱਕ ਬਜ਼ੁਰਗ ਦੇ ਵੱਲੋਂ ਸੀਐਮ ਕੈਂਡੀਡੇਟ ਨੂੰ ਲੈ ਕੇ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧੇ ਗਏ। ਬਜ਼ੁਰਗ ਨੇ ਮਾਈਕ ਦੇ ਵਿੱਚ ਕੇਜਰੀਵਾਲ ਦੇ ਸਾਹਮਣੇ ਕਿਹਾ ਕਿ ਜੇਕਰ ਕੋਈ ਸੀਐਮ ਕੈਂਡੀਡੇਟ ਪੰਜਾਬ ਤੋਂ ਬਾਹਰੋਂ ਲਿਆਂਦਾ, ਸਾਨੂੰ ਉਹ ਮਨਜ਼ੂਰ ਨਹੀਂ ਹੋਏਗਾ। ਸਾਹਮਣੇ ਬੈਠਾ ਹੈ ਭਗਵੰਤ ਮਾਨ, ਸਾਹਮਣੇ ਹੈ ਅਮਨ ਅਰੋੜਾ, ਹਰਪਾਲ ਚੀਮਾ। ਜੇਕਰ ਕੋਈ ਕੈਂਡੀਡੇਟ ਬਣਾਉਣਾ ਹੈ ਤਾਂ ਇਹਨਾਂ ਦੇ ਵਿੱਚੋਂ ਹੀ ਬਣਾਉਣਾ ਚਾਹੀਦਾ। ਜੇਕਰ ਕੋਈ ਬਾਹਰੋਂ ਲਿਆਂਦਾ ਤਾਂ ਉਹ ਸਾਨੂੰ ਮਨਜ਼ੂਰ ਨਹੀਂ ਹੋਵੇਗਾ। ਪਿਛਲੀ ਵਾਰ ਵੀ ਇਦਾਂ ਹੀ ਹਾਰੇ ਸੀ, ਇਸ ਵਾਰ ਜੇਕਰ ਇਹ ਗਲਤੀ ਕੀਤੀ ਤਾਂ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਹਾਰ ਜਾਵੇਗੀ। ਉਸ ਤੋਂ ਬਾਅਦ ਕੇਜਰੀਵਾਲ ਨੇ ਮਾਈਕ ਵਿੱਚ ਆ ਕੇ ਦੱਸਿਆ ਕਿ ਹਾਂ, ਸੀਐਮ ਕੈਂਡੀਡੇਟ ਬਾਹਰੋਂ ਨਹੀਂ ਲਿਆਂਦਾ ਜਾਵੇਗਾ, ਪੰਜਾਬ ਤੋਂ ਹੀ ਉਹ ਐਲਾਨਿਆ ਜਾਵੇਗਾ ਅਤੇ ਪੰਜਾਬ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋਣ ਵਾਲਾ ਸਾਡਾ ਮੁੱਖ ਮੰਤਰੀ ਦਾ ਉਮੀਦਵਾਰ ਹੋਵੇਗਾ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਚੰਨੀ, ਮੁੱਖ ਮੰਤਰੀ ਚੰਨੀ
ਸਿੱਧੇ ਤੌਰ ਤੇ ਮੁੱਖ ਮੰਤਰੀ ਚੰਨੀ ਨੂੰ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਚੈਲੰਜ ਕਰ ਦਿੱਤਾ ਗਿਆ। ਅਰਵਿੰਦ ਕੇਜਰੀਵਾਲ 1 ਲੱਖ ਬਿਜਲੀ ਦਾ ਬਿੱਲ ਲੈ ਕੇ ਪਹੁੰਚੇ ਸਨ ਦਿੱਲੀ ਦਾ। ਕਹਿੰਦੇ ਨੇ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਦਿੱਲੀ ਦੇ ਵਿੱਚ ਬਿਜਲੀ ਦਾ ਬਿੱਲ ਜ਼ੀਰੋ ਨਹੀਂ ਆਉਂਦਾ। ਮੈਂ ਜ਼ੀਰੋ ਬਿਜਲੀ ਦਾ ਬਿੱਲ ਅਜਿਹੇ ਬਿੱਲ ਲੈ ਕੇ ਆਇਆ 1 ਲੱਖ ਜਿਹੜੇ ਕਿ ਜ਼ੀਰੋ ਆਏ ਨੇ। ਉੱਥੇ ਰਖਵਾ ਦਿੱਤੇ ਅਰਵਿੰਦ ਕੇਜਰੀਵਾਲ ਨੇ ਸਟੇਜ ਤੇ ਹੀ। ਕਹਿੰਦੇ ਨੇ ਮੈਂ ਆਪਣੇ ਨਾਲ ਲੈ ਕੇ ਆਇਆ ਦਿੱਲੀ ਤੋਂ। ਹੁਣ ਉਹਨਾਂ ਨੇ ਮੁੱਖ ਮੰਤਰੀ ਚੰਨੀ ਨੂੰ ਚੈਲੰਜ ਕੀਤਾ ਹੈ ਕਿ ਤੁਸੀਂ ਸਿਰਫ 1000 ਹੀ ਬਿੱਲ ਇਹੋ ਜਿਹਾ ਦਿਖਾ ਦਿਓ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਫ੍ਰੀ ਕੀਤਾ ਹੈ। ਮੈਂ 1 ਲੱਖ ਵਿਖਾਇਆ ਹੈ, ਤੁਸੀਂ 1000 ਦਿਖਾ ਦਿਓ। ਸਿੱਧੇ ਤੌਰ ਤੇ ਚੈਲੰਜ ਦਿੱਲੀ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਰ ਦਿੱਤਾ ਗਿਆ ਹੈ। ਹੁਣ ਮੁੱਖ ਮੰਤਰੀ ਚੰਨੀ ਚੈਲੰਜ ਸਵੀਕਾਰਨਗੇ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਅੱਗੇ ਵਧਦੇ ਹਾਂ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਛੇਤੀ ਹੀ ਗ੍ਰਿਫਤਾਰ ਹੋ ਸਕਦੇ ਨੇ। ਇਹ ਅਸੀਂ ਨਹੀਂ ਕਹਿ ਰਹੇ, ਇਹ ਖੁਦ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ। ਇਸੇ ਮੁੱਦੇ ਨੂੰ ਲੈ ਕੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੀਐਮ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਧਰਨਾ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਚੰਨੀ ਤੇ ਲਗਾਤਾਰ ਦਬਾਅ ਬਣਾ ਰਿਹਾ ਹੈ ਕਿ ਛੇਤੀ ਤੋਂ ਛੇਤੀ ਇਹਨਾਂ ਤੇ ਪਰਚੇ ਕਰੋ। ਬੇਅਦਬੀ ਨੂੰ ਲੈ ਕੇ ਸੁਖਬੀਰ ਬਾਦਲ ਤੇ, ਨਸ਼ੇ ਨੂੰ ਲੈ ਕੇ ਬਿਕਰਮ ਮਜੀਠੀਆ ਤੇ, ਪਰ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਹੈ। ਇਸ ਕਰਕੇ ਨਵਜੋਤ ਸਿੱਧੂ ਕਹਿ ਰਿਹਾ ਹੈ ਕਿ ਬਿਨਾਂ ਸਬੂਤਾਂ ਤੋਂ ਹੀ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਦੋਵਾਂ ਤੇ ਪਰਚੇ ਕਰ ਦਿਓ, ਪਰ ਇਦਾਂ ਨਹੀਂ ਹੋਣ ਦਿਆਂਗੇ। ਗ੍ਰਿਫਤਾਰ ਕਰਨਾ ਹੈ ਹੁਣੇ ਕਰ ਲਓ, ਨਹੀਂ ਤਾਂ ਬਾਅਦ ਦੇ ਵਿੱਚ ਸਾਡੀ ਸਰਕਾਰ 1 ਮਹੀਨੇ ਬਾਅਦ ਆ ਜਾਣੀ ਹੈ। ਉਸ ਤੋਂ ਬਾਅਦ ਸਾਰਿਆਂ ਦੇ ਕੋਲੋਂ ਇਹ ਨਿਆਂ ਲਿਆ ਜਾਏਗਾ, ਕਾਨੂੰਨੀ ਪ੍ਰਕਿਰਿਆ ਦੇ ਤਹਿਤ ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾਏਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਏਗਾ। ਸਿੱਧੇ ਤੌਰ ਤੇ ਇਹ ਚੈਲੰਜ, ਇਹ ਧਮਕੀ, ਇਹ ਚੇਤਾਵਨੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਨਵਜੋਤ ਸਿੱਧੂ ਅਤੇ ਸੀਐਮ ਨੂੰ ਦੇ ਦਿੱਤੀ ਗਈ ਹੈ। ਇਹ ਸੀ ਕੁਝ ਉਹ ਜਾਣਕਾਰੀ, ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ, ਤੁਹਾਡੇ ਲਈ ਜਾਣਨੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜਾਂ ਫਿਰ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ, ਹਰ ਖਬਰ ਦਾ ਸੱਚ।